ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 23 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਭਾ ਰਿਚਰਡ ਗ੍ਰੈਨਲ ਦਾ ਖੜਾਕ ਹੈ। ਭਾ ਰਿਚਰਡ ਗ੍ਰੈਨਲ ਜਿਹੜਾ ਉਹ ਮੌਲਾ ਜੱਟ ਬਣਿਆ ਤੇ ਉਹਨੇ ਮੋਢੇ ਤੇ ਗੰਡਾਸਾ ਰੱਖਿਆ। ਜਿਹੜਾ ਸਾਹਮਣੇ ਆਉਂਦਾ ਉਹਨੂੰ ਇੱਕ ਬੀੜ ਕੇ ਉਹਦੀਆਂ ਮੌਰਾਂ ਦੇ ਵਿੱਚ ਉਹ ਗੰਡਾਸੇ ਦਾ ਪਿਛਲਾ ਪਾਸਾ ਦਿੰਦਾ ਹੈ। ਹਜੇ ਪਿਛਲਾ ਪਾਸਾ ਦਿੰਦੇ ਦਾ ਮਤਲਬ ਹੈ ਮਾਰਦਾ ਹੈ। ਪੰਜਾਬੀ ਬੜੀ ਸੋਹਣੀ ਜੀ ਜ਼ੁਬਾਨ ਹੈ ਤੇ ਇੱਕ ਲਫ਼ਜ਼ ਦੇ ਕਈ ਮਤਲਬ ਹੁੰਦੇ ਨੇ। ਇਹ ਜਿਹੜਾ ਸਿਆਲਕੋਟ ਵਾਲਾ ਪਾਸਾ ਹੈ ਉੱਥੇ ਆਂਦੇ ਨੇ ਵੀ ਮੈਂ ਤੇਰੀਆਂ ਮੌਰਾਂ ਤੇ ਇੱਕ ਦੇਣੀ ਹੈ, ਮਤਲਬ ਕਿ ਮਾਰਨੀ ਹੈ। ਤੇ ਉਹ ਖੈਰ ਉਹ ਮੌਰਾਂ ਤੇ ਇੱਕ ਦਿੰਦਾ ਔਰ ਗੰਡਾਸੇ ਦਾ ਪਿਛਲਾ ਪਾਸਾ ਮਾਰਦਾ। ਸਾਹਮਣੇ ਵਾਲੋਂ ਮਾਰੇਗਾ ਤੇ ਕੱਟ ਵੱਢ ਦੇਗਾ, ਜ਼ਾਹਿਰ ਹੈ ਹਜੇ ਉਹ ਕੱਟਣ ਵੱਢਣ ਦੇ ਮੂਡ ਦੇ ਵਿੱਚ ਨਹੀਂ ਹੈਗਾ। ਉਹਦੀ ਵਜ੍ਹਾ ਹੈ ਕਿ ਉਹਨੇ ਅਜੇ ਤੱਕ ਆਪਣੇ ਜਿਹੜਾ ਉਹਦਾ ਹਲਫ ਨਹੀਂ ਲਿਆ ਔਰ 20 ਤਾਰੀਖ ਨੂੰ ਸਦਰ ਟਰੰਪ ਜਿਸ ਵੇਲੇ ਹਲਫ ਲਏਗਾ ਤੇ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਪੂਰੀ ਤਰਤੀਬ ਦੇ ਨਾਲ ਕੰਮ ਇਹਨਾਂ ਨੂੰ ਪਾਏਗਾ ਉਹ ਉਸ ਵੇਲੇ ਪਾਏਗਾ। ਤੇ ਕੰਮ ਇੰਜ ਹੀ ਪਾਏਗਾ ਜਿਵੇਂ ਮੇਰਾ ਮਤਲਬ ਹੈ ਕਿ ਕੋਈ ਮੋਚੀ ਜਿਹੜਾ ਉਹ ਕੋਈ ਕਿੱਲ ਜੁੱਤੀ 'ਚੋਂ ਬਾਹਰ ਨਿਕਲਿਆ ਹੋਵੇ ਤੇ ਉਹ ਤੁਹਾਡੇ ਪੈਰ ਨੂੰ ਚੁਭਦਾ ਹੋਵੇ। ਜੋ ਕੰਮ ਮੋਚੀ ਉਹਦੇ ਨਾਲ ਕਰਦਾ ਹੈ ਉਹ ਹੀ ਭਾ ਰਿਚਰਡ ਗ੍ਰੈਨਲ ਨੇ ਕਰਨਾ ਹੈ। ਤੇ ਜਾਂ ਤੁਸੀਂ ਕਿਤੇ ਵੇਖਿਆ ਹੋਏਗਾ ਵੀ ਜਿਸ ਵੇਲੇ ਲੱਕੜ ਦੇ ਵਿੱਚ ਗੰਢ ਆ ਜਾਏ ਤੇ ਤਰਖਾਣ ਉਹਦੇ ਉੱਤੇ ਰੰਦਾ ਮਾਰਨ ਡਿਆ ਹੋਵੇ ਤੇ ਜਦੋਂ ਗੰਢ ਵਾਲਾ ਥਾਂ ਆਉਂਦਾ ਜਿਵੇਂ ਉਹ ਰਗੜ ਕੇ ਰੰਦਾ ਉੱਥੇ ਮਾਰਦਾ ਹੈ, ਉਸੇ ਤਰੀਕੇ ਨਾਲ ਭਾ ਰਿਚਰਡ ਗ੍ਰੈਨਲ ਇਹਨਾਂ ਦੀਆਂ ਸਾਰੀਆਂ ਜਿੰਨੀਆਂ ਗੰਢਾਂ ਸਨ ਜਾਂ ਜਿਵੇਂ ਕਸਾਈ ਜਿਹੜਾ ਭੈੜਾ ਛਿਛੜਾ ਹੁੰਦਾ ਉਹਨੂੰ ਜਿਵੇਂ ਲਾ ਕੇ ਪਰਾਂ ਸੁੱਟਦਾ ਤੇ ਫੱਟੇ ਦੇ ਥੱਲਿਓਂ ਇੱਕ ਸ਼ੈ ਜਿਹੜੀ ਬੈਠੀ ਹੁੰਦੀ ਉਹ ਨਿਕਲ ਕੇ ਜ਼ਮੀਨ ਤੇ ਉਸ ਛਿਛੜੇ ਨੂੰ ਨਹੀਂ ਡੁੱਗਣ ਦਿੰਦੀ, ਉਸ ਤੋਂ ਪਹਿਲਾਂ ਹੀ ਚੁੱਕ ਲੈਂਦੀ ਹੈ। ਉਹ ਇਹਨਾਂ ਦੇ ਹੁਣ ਛਿਛੜੇ ਚੁੱਕਣ ਵਾਲਿਆਂ ਦਾ ਵੀ ਉਹੀ ਹਾਲ ਹੈ ਜਿਹੜੇ ਇਹਨਾਂ ਦੇ ਲਿਫਾਫੇ ਨੇ ਤੇ ਛਿਛੜਿਆਂ ਦਾ ਵੀ ਉਹੀ ਹਾਲ ਹੈ। ਤੇ ਬਹਰਹਾਲ ਭਾ ਰਿਚਰਡ ਗ੍ਰੈਨਲ ਜਿਹੜਾ ਉਹਨੇ ਬੰਬ ਕੱਢ ਕੇ ਰੱਖ ਦਿੱਤੀ ਹੈ ਤੇ ਹੁਣ ਉਹ ਇਮਰਾਨ ਖਾਨ ਦੇ ਅੰਗਰੇਜ਼ੀ ਟਵੀਟ ਵੀ ਰੀਟਵੀਟ ਕਰਨ ਡਿਆ। ਅੱਛਾ, ਤੁਸੀਂ ਆਖੋਗੇ ਇਹ ਕਿਹੜੀ ਵੱਡੀ ਗੱਲ ਹੈ? ਨਾ, ਇਹ ਬੜੀ ਵੱਡੀ ਗੱਲ ਜੇ। ਉਹਦੀ ਵਜ੍ਹਾ ਇਹ ਹੈ ਕਿ ਜੇ ਰੰਦਾ ਫੇਰਨ ਦੇ ਵਿੱਚ ਭਾ ਰਿਚਰਡ ਗ੍ਰੈਨਲ ਦਾ ਵੀ ਕੋਈ ਜਵਾਬ ਨਹੀਂ ਤੇ ਦੂਜੇ ਪਾਸੇ ਗੱਲ ਨੂੰ ਖੋਲ ਕੇ ਤੇ ਗੱਲ ਨੂੰ ਆਮ ਅਲਫਾਜ਼ ਦੇ ਵਿੱਚ ਲਿਆ ਕੇ ਤੇ ਨਿਤਾਰ ਕੇ ਤੇ ਸਿੱਧੀ ਤੇ ਪੱਧਰੀ ਕਰਕੇ ਦੱਸਣ ਦੇ ਵਿੱਚ ਸਾਡੇ ਕਪਤਾਨ ਇਮਰਾਨ ਖਾਨ ਦਾ ਵੀ ਹੋਰ ਕੋਈ ਜੋੜ ਨਹੀਂ। ਤੇ ਜਦੋਂ ਸਪੈਸ਼ਲੀ ਉਹ ਅੰਗਰੇਜ਼ੀ 'ਚ ਟਵੀਟ ਲਿਖਦੇ ਨੇ ਤੇ ਫਿਰ ਤੇ ਉਹ ਬੰਬਈ ਬੁਲਾ ਦਿੰਦੇ ਨੇ, ਮਤਲਬ ਪੂਰੀ ਗੱਲ ਹੀ ਖੋਲ ਕੇ ਰੱਖ ਛੱਡਦੇ ਨੇ। ਤੇ ਉਹਨਾਂ ਦੇ ਟਵੀਟ ਹੁਣ ਜਿਸ ਵੇਲੇ ਰਿਚਰਡ ਸਾਹਿਬ ਪੜ੍ਹਨ ਡਏ ਨੇ ਤੇ ਉੱਥੋਂ ਸਾਰੀਆਂ ਗੱਲਾਂ ਹੀ ਪਤਾ ਲੱਗ ਜਾਂਦੀਆਂ ਨੇ ਵੀ ਉਹਨਾਂ ਨੂੰ ਸਾਰੀ ਗੱਲ ਹੁਣ ਸਮਝ ਆਉਣ ਡਈ ਹੈ। ਤੇ ਉਹਨਾਂ ਨੇ ਹੁਣ ਜਿੱਥੇ 2-2 ਮੌਰਾਂ ਤੇ ਦੇਣ ਡਏ ਸਨ ਉੱਥੇ ਹੁਣ 2-2 ਦੇ ਥਾਂ ਤੇ ਉਹ 4-4 ਮੌਰਾਂ ਦੇ ਪਿੱਛੇ ਛੱਡਣਗੇ। ਦੂਜਾ ਰੌਲਾ ਇੱਕ ਹੋਰ ਪੈ ਗਿਆ। ਕਪਤਾਨ ਦੱਸ ਗਿਆ ਸੀ ਜੇਲ੍ਹ ਜਾਣ ਤੋਂ ਪਹਿਲਾਂ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ, ਦੂਜੇ ਕੋਸ਼ਿਸ਼ ਨਹੀਂ ਕਰਦੇ। ਇਹਨਾਂ ਦੇ ਜਿੰਨੇ ਵੀ ਬੰਦੇ ਨੇ ਉਹ ਇਸ ਵੇਲੇ ਆਂਦੇ ਨੇ ਵੀ ਰਿਚਰਡ ਗ੍ਰੈਨਲ ਦਾ ਇਹ ਜਿਹੜਾ ਹਥਿਆਰ ਹੈ, ਗਰੀਬ ਦਾ ਹਥਿਆਰ ਤੇ ਤੁਸੀਂ ਸੁਣਿਆ ਹੀ ਹੈ, ਇਹ ਰਿਚਰਡ ਗ੍ਰੈਨਲ ਦਾ ਹਥਿਆਰ ਹੈ। ਗਰੀਬ ਦਾ ਹਥਿਆਰ ਤੇ ਜ਼ਾਹਿਰ ਹੈ ਉਹਦਾ ਔਜ਼ਾਰ ਹੁੰਦਾ। ਔਜ਼ਾਰ ਮਤਲਬ ਇਹ ਇੱਕ ਤੇ ਦੰਦ ਬੜੇ ਕੱਢਦੇ ਜੇ ਮੁੰਡਿਓ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਗੱਲ ਪੂਰੀ। ਇਹ ਹੁਣ ਲੰਬੜਦਾਰ ਸਾਹਿਬ ਜਾਣਨ ਤੇ ਤੁਸੀਂ ਜਾਣੋ। ਉਹ ਭਾਈ ਜੀ ਅਗਰ ਕੋਈ ਬੰਦਾ ਮੋਚੀ ਹੈ ਤੇ ਉਹਦਾ ਔਜ਼ਾਰ ਜਾਂ ਉਹ ਮੇਰਾ ਮਤਲਬ ਆਰ ਹੋਏਗੀ ਜਿਹਦੇ ਨਾਲ ਜੁੱਤੀਆਂ ਸੀਂਦਾ ਹੈ। ਹਾਂ, ਇਸੇ ਤਰ੍ਹਾਂ ਤਰਖਾਣ ਹੋਏਗਾ ਤੇ ਉਹਦਾ ਕੋਈ ਰੰਦਾ ਤੇਸਾ ਉਹ ਹੋਏਗਾ। ਇਸੇ ਤਰੀਕੇ ਜਿਹੜਾ ਵੀ ਕੋਈ ਬੰਦਾ ਕੰਮ ਕਰਦਾ ਹੈ, ਗਰੀਬ ਦਾ ਹਥਿਆਰ ਉਹਦਾ ਔਜ਼ਾਰ ਹੀ ਹੁੰਦਾ ਹੈ। ਤੇ ਹੁਣ ਜਿਹੜਾ ਰਿਚਰਡ ਗ੍ਰੈਨਲ ਹੈ ਉਹਦਾ ਔਜ਼ਾਰ ਜਿਹੜਾ ਉਹ ਜ਼ਾਹਿਰ ਹੈ ਟਵਿੱਟਰ ਹੈ ਤੇ ਟਵੀਟ ਕਰਦਾ ਉਹ। ਤੇ ਹੁਣ ਉਹ ਜਨਾਬ ਆਪਣੇ ਹਥਿਆਰ ਔਰ ਔਜ਼ਾਰ ਸਮੇਤ ਪਾਕਿਸਤਾਨ ਵਾਲੇ ਪਾਸੇ ਨੂੰ ਸਿੱਧਾ ਹੋਇਆ। ਜਿਸ ਦਿਨ ਉਹਨੇ ਆਪਣਾ ਹਲਫ ਲੈ ਲਿਆ ਉਸ ਦਿਨ ਉਹ ਆਪਣੇ ਦੂਜੇ ਕੰਮ ਸ਼ੁਰੂ ਕਰੇਗਾ ਦਫ਼ਤਰ ਵਾਲੇ ਤੇ ਉਹ ਦਿਨ ਇਹਨਾਂ ਨੂੰ ਹੋਰ ਸਿੱਧਿਆਂ ਕਰਕੇ ਰੱਖ ਦੇਗਾ। ਹੁਣ ਤੁਰਦੇ ਥੋੜ੍ਹਾ ਜਿਹਾ ਅਗਲੇ ਪਾਸੇ। ਹੁਣ ਇਹਨਾਂ ਨੇ ਪਰੇਸ਼ਾਨੀ ਇਹ ਲੈ ਲਈ ਵੀ ਇਹ ਜਿਹੜਾ ਭਾ ਰਿਚਰਡ ਦਾ ਔਜ਼ਾਰ ਹੈ ਨਾ, ਹਥਿਆਰ ਚਲੋ ਮੈਂ ਨਹੀਂ ਆਂਦਾ, ਔਜ਼ਾਰ ਆਖ ਦਿੰਦਾ, ਇਹ ਅਸਲ ਨਹੀਂ, ਇਹਦਾ ਆਪਣਾ ਨਹੀਂ ਹੈ, ਇਹਦਾ ਆਪਣਾ ਨਹੀਂ। ਐਵੇਂ ਵਿਖਾ ਸਾਨੂੰ ਡਰਾਉਣ ਡਿਆ ਟਵੀਟ। ਇਹ ਅਸਲ ਦੇ ਵਿੱਚ ਇਹਨਾਂ ਇਲਜ਼ਾਮ ਲਾਇਆ ਵੀ ਇਹ ਭਾ ਰਿਚਰਡ ਨਹੀਂ, ਪਿਛਲੇ ਪਾਸੇ ਸ਼ਹਬਾਜ਼ ਗਿੱਲ ਹੈ, ਇਹ ਅਗਲੇ ਪਾਸੇ ਨਾ ਭਾ ਰਿਚਰਡ ਦਾ ਤੇ ਹਥਿਆਰ ਜਾਂ ਔਜ਼ਾਰ ਜਿਹੜਾ ਸ਼ਹਬਾਜ਼ ਗਿੱਲ ਸਾਹਿਬ ਦਾ ਜਾਂ ਜਬਰਾਨ ਇਲਿਆਸ ਦਾ। ਉਹ ਹੁਣ ਰਿਚਰਡ ਭਾ ਨੇ ਆਖਿਆ ਵੀ ਯਾਰ ਮੈਂ ਤੁਹਾਨੂੰ ਕਿਵੇਂ ਦੱਸਾਂ ਵੀ ਇਹ ਮੈਂ ਹੀ ਹਾਂ, ਮੇਰਾ ਹੀ ਹਥਿਆਰ ਹੈ ਤੇ ਮੇਰਾ ਹੀ ਔਜ਼ਾਰ ਹੈ। ਉਹਨੇ ਆਖਿਆ ਵੀ ਮੈਂ ਕਿਵੇਂ ਦੱਸਾਂ ਤੁਹਾਨੂੰ। ਹਾਲਾਂਕਿ ਇਹ ਅਕਲ ਕਰਨ ਤੇ ਜਿਹੜੇ ਚਾਚਾ ਟਰੰਪ ਹੈ ਉਹਨਾਂ ਪਿਛਲੇ ਕਈ ਆਪਣੇ ਟਵੀਟਾਂ 'ਚ ਰਿਚਰਡ ਗ੍ਰੈਨਲ ਨੂੰ ਜਿਸ ਵੇਲੇ ਨੋਮੀਨੇਟ ਕੀਤਾ ਜਰਮਨੀ 'ਚ ਜਾਂ ਦੂਸਰੇ ਥਾਵਾਂ ਤੇ ਇਸੇ ਟਵਿੱਟਰ ਹੈਂਡਲ ਨੂੰ ਉਹ ਕੋਟ ਕਰਦੇ ਰਹੇ ਨੇ। ਉਹ ਇਸੇ ਤਰ੍ਹਾਂ ਰਿਪਬਲਿਕਨ ਤੇ ਦੂਜੀ ਪਾਰਟੀ ਦੇ ਚੰਗੇ ਜਿਹੜੇ ਕੋਈ ਭਰਵੇਂ ਬੰਦੇ ਨੇ ਉਹ ਵੀ ਇਸ ਟਵਿੱਟਰ ਹੈਂਡਲ ਨੂੰ ਜਿਹੜਾ ਫਾਲੋ ਕਰਦੇ ਨੇ। ਤੇ ਮੈਂ ਤੁਹਾਨੂੰ ਇਹੀ ਦੱਸਾਂਗਾ ਵੀ ਤੁਸੀਂ ਇੰਜ ਕਰੋ, ਭਾ ਰਿਚਰਡ ਨੂੰ ਥੋੜ੍ਹਾ ਜਿਹਾ ਵਕਤ ਦਿਓ, ਉਹਨੂੰ ਵੀ ਆਪਣੇ ਹਥਿਆਰ ਨੂੰ ਜਿਹੜਾ ਉਹ ਸਾਫ਼ ਸੂਫ ਕਰਨ ਦਿਓ। ਤੇ ਜਿਸ ਵੇਲੇ ਹਥਿਆਰ ਨੂੰ ਜਿਹੜਾ ਨਾ ਉਹ ਸੰਦ ਵੀ ਆਖਦੇ ਨੇ। ਇਹ ਜਿਹੜੇ ਮਿਸਤਰੀ ਮਜ਼ਦੂਰ ਹੁੰਦੇ ਨੇ ਜਦੋਂ ਇਹ ਇੱਟਾਂ ਦਾ ਕੰਮ ਕਰਦੇ ਨੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਕੋਲ ਜਿਹੜੀ ਤੇਸੀ ਹੁੰਦੀ ਹੈ ਜਾਂ ਮੇਰਾ ਮਤਲਬ ਦੂਸਰਾ ਜਿਹੜਾ
ਆਪਣਾ ਸਮਾਨ ਹੁੰਦਾ ਨਾ ਜਿਹੜਾ ਸਾਰਾ, ਉਹ ਉਹਨਾਂ ਨੂੰ ਸੰਦ ਵੀ ਆਖਦੇ ਨੇ ਆਪਣੇ, ਮਤਲਬ ਜਿਹੜਾ ਸਮਾਨ ਹੁੰਦਾ। ਉਹ ਹੁਣ ਭਾ ਰਿਚਰਡ ਜਿਹੜਾ ਉਹਨੂੰ ਵੀ, ਤੇ ਉਹਦੇ ਸੰਦ ਜਿਹੜੇ ਉਹਦੇ ਔਜ਼ਾਰ ਨੇ ਉਹਨਾਂ ਨੂੰ ਛੱਡ ਦਿਓ ਥੋੜ੍ਹੀ ਦੇਰ ਵਾਸਤੇ। ਉਹ ਮਿਸਤਰੀ ਪੂਰਾ ਆਪਣਾ ਰੰਦਾ ਛੰਦਾ ਸਾਰਾ ਕੁਝ ਲਿਆ ਕੇ ਤੁਹਾਡੀ ਬਿਲਕੁਲ ਤਬੀਅਤ ਸੈੱਟ ਕਰੇਗਾ। ਉਹਨੂੰ ਇੱਕ ਵਾਰੀ ਆਉਣ ਦਿਓ, ਆਪਣੀ ਨੌਕਰੀ 'ਤੇ ਆਉਣ ਦਿਓ, ਉਹਨੂੰ ਹਲਫ ਲੈਣ ਦਿਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਇਹ ਭਾ ਰਿਚਰਡ ਦਾ ਹੀ ਹਥਿਆਰ ਹੈ ਜਿਹੜਾ ਟਵਿੱਟਰ ਹੈ, ਜਾਂ ਇਹ ਕਿਸੇ ਹੋਰ ਬੰਦੇ ਨੇ, ਮੇਰਾ ਮਤਲਬ ਹੈ ਕਿ ਇਹਨੂੰ ਚੋਰੀ ਕੀਤਾ, ਇਹ ਉਹਦੀ ਜਗ੍ਹਾ ਦੇ ਉੱਤੇ ਉਹਦਾ ਨਾਂ ਇਸਤੇਮਾਲ ਕਰਕੇ ਤੇ ਜਾਲੀ ਟਵਿੱਟਰ ਅਕਾਊਂਟ ਬਣਾਇਆ। ਤੇ ਥੋੜ੍ਹੇ ਦਿਨ ਇੰਤਜ਼ਾਰ ਕਰ ਲਓ, ਮੇਰਾ ਮਸ਼ਵਰਾ ਤੁਹਾਨੂੰ ਇਹੀ ਹੈ। ਤੇ ਭਾ ਹੁਣੀ ਆ ਜਾਣਗੇ ਆਪਣੀ ਮਜ਼ਦੂਰੀ ਦੇ ਉੱਤੇ, ਜਿਸ ਵੇਲੇ ਆਉਣਗੇ ਤੇ ਭਾ ਰਿਚਰਡ ਵੀ ਵੇਖ ਲਿਓ, ਉਹਨਾਂ ਦਾ ਕੰਮ ਵੀ ਦੇਖ ਲਿਓ ਵੀ ਕੰਧ ਸਿੱਧੀ ਬਣਾਉਂਦੇ ਨੇ ਕਿ ਨਹੀਂ, ਸੰਦ ਵੀ ਵੇਖ ਲਿਓ, ਤੇ ਤੁਹਾਨੂੰ ਸਾਰੀ ਗੱਲ ਹੀ ਸਮਝ ਆ ਜਾਣੀ। ਅੱਛਾ ਜੀ, ਅੱਗੇ ਮੇਰਾ ਹਾਸਾ ਨਿਕਲ ਗਿਆ ਅਗਲੀ ਖਬਰ ਵੇਖ ਕੇ। ਅਗਲੀ ਖਬਰ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਨੇ ਵੀ ਇਹਨਾਂ ਨੂੰ ਭਾ ਰਿਚਰਡ ਕੋ ਡਰਾਇਆ। ਉਹਨਾਂ ਆਖਿਆ ਕਿ ਜੋ ਕੁਝ ਅਮਰੀਕਾ 'ਚ ਹੋ ਰਿਹਾ, ਹਕੂਮਤ ਨੂੰ ਉੱਤੇ ਫਿਕਰਮੰਦ ਹੋਣਾ ਚਾਹੀਦਾ, ਤੇ ਇਹਨਾਂ ਦੇ ਕੋਲ ਉਹਨੂੰ ਕਾਊਂਟਰ ਕਰਨ ਵਾਸਤੇ ਹੋਰ ਕੁਝ ਨਹੀਂ ਹੈ। ਅਮਰੀਕਾ 'ਚ ਜਿਹੜਾ ਡਾਇਸਪੋਰਾ ਪਾਕਿਸਤਾਨੀ ਨੇ ਜਿਹੜੇ ਅਮਰੀਕਾ 'ਚ, ਉਹ ਵੀ ਸਾਰੇ ਹਥਿਆਰ ਲੈ ਕੇ ਮਗਰ ਚੜ੍ਹ ਗਏ ਨੇ ਇਹਨਾਂ ਦੇ। ਉਹਨਾਂ ਦੇ ਕੋਲ ਕੀ ਹਥਿਆਰ ਹੈ? ਉਹਨਾਂ 'ਚੋਂ ਕਈ ਸਾਰੇ ਡਾਕਟਰ ਨੇ, ਉਹਨਾਂ ਦੇ ਕੋਲ ਜ਼ਾਹਿਰ ਹੈ ਆਪਣਾ ਉਹ ਹਥਿਆਰ ਹੈ, ਡਾਕਟਰਾਂ ਵਾਲੇ ਜਿਹੜੇ ਆਲੇ ਹੁੰਦੇ ਨੇ, ਤੇ ਉਹ ਸਾਰੇ ਆਪਣੇ ਆਪਣੇ ਹਥਿਆਰ ਲੈ ਕੇ ਇਹਨਾਂ ਦੇ ਮਗਰ ਪੈ ਗਏ ਨੇ। ਤੇ ਹਕੂਮਤ ਦੇ ਕੋਲ ਹੁਣ ਕੋਈ ਚਾਰਾ ਨਹੀਂ ਹੈਗਾ, ਤੇ ਨਾਲ ਭਾ ਰਿਚਰਡ ਵੀ ਪੈ ਗਿਆ, ਤੇ ਨਾਲ ਦੂਜੀਆਂ ਹਕੂਮਤਾਂ ਵੀ। ਇਹਨਾਂ ਨੂੰ ਹੁਣ ਸਿੱਧਾ ਕਰਕੇ ਉਹਨਾਂ ਰੱਖ ਦੇਣਾ, ਇਹਨਾਂ ਦਾ ਆਪਰੇਸ਼ਨ ਕਰ ਦੇਣਾ, ਵੱਡਾ ਕਰਨਾ ਪਿਆ ਉਹ ਨਿੱਕਾ ਕਰਨਾ ਪਿਆ ਉਹ ਉਹਨਾਂ ਕਰਕੇ ਪਾਸੇ ਤੇ ਕਰ ਦੇਣਾ। ਅੱਛਾ ਜੀ, ਹੁਣ ਜ਼ਰਾ ਅਗਲੀ ਖਬਰ ਜਿਹੜੀ ਉਹ ਆਪਣੇ ਲੌਂਡਾ ਲਪਾੜਾ ਜੀ ਦੀ ਕਰ ਲਈਏ। ਲੌਂਡਾ ਲਪਾੜਾ ਜੀ ਉਰਫ ਮਨਸੂਰ ਅਲੀ ਖਾਨ ਫਰਿੱਜਾਂ ਵਾਲੇ, ਅਲ ਮਾਰੂਫ ਫਰਿੱਜਾਂ ਵਾਲੇ। ਇਹ ਤੁਸੀਂ ਆਖੋਗੇ ਵੀ ਇਹ ਫਰਿੱਜਾਂ ਵਾਲੇ ਕੀ? ਇਹ ਅਦੀਲ ਰਾਜਾ ਸਾਹਿਬ ਅਕਸਰ ਇਹ ਟਵੀਟ ਕਰਦੇ ਨੇ ਕਿ ਭਾ ਹੋਰੀ ਜਿਹੜੇ ਨੇ ਪਹਿਲਾਂ ਫਰਿੱਜਾਂ ਵੇਚਦੇ ਸਨ। ਅੱਛਾ, ਹੁਣ ਫਰਿੱਜਾਂ ਵੇਚਣਾ ਕੋਈ ਐਬ ਤੇ ਨਹੀਂ ਹੈ, ਪਰ ਹੁਣ ਫਰਿੱਜਾਂ ਵੇਚਦਿਆਂ ਹੋਇਆਂ ਦਰਮਿਆਨ 'ਚ ਬੰਦੇ ਨੂੰ ਕੋਈ ਹੋਰ ਕੰਮ ਸਿੱਖਣਾ ਚਾਹੀਦਾ ਹੈ। ਮੇਰਾ ਮਤਲਬ ਕੰਮ ਸਿੱਖ ਕੇ ਤੇ ਫਿਰ ਆ ਕੇ ਬੰਦਾ ਨਵੇਂ ਅੱਡੇ ਤੇ ਬਹਿ ਜਾਏ। ਇਹ ਭਾਈ ਹੋਰੀ ਜਿਹੜੇ ਨੇ, ਇਹ ਬਗੈਰ ਕੰਮ ਸਿੱਖਿਓ ਹੀ ਸਿੱਧਾ ਹੀ ਖਬਰਾਂ ਪੜ੍ਹਨਾ ਸ਼ੁਰੂ ਹੋਏ ਫਰਿੱਜਾਂ ਵੇਚਣ ਤੋਂ। ਉਦੋਂ ਬਾਅਦ ਐਂਕਰ ਬਣੇ, ਫਿਰ ਵੀਲਾਗ ਸ਼ੁਰੂ ਕੀਤਾ, ਉਹ ਵੀ ਚੰਗਾ ਕੀਤਾ। ਲੇਕਿਨ ਇਹ ਜ਼ਰਾ ਸਕਰੀਨ 'ਤੇ ਵੇਖੋ ਵੀ ਰੋਜ਼ ਇਮਰਾਨ ਖਾਨ ਦਾ ਨਾਂ ਹੀ ਵੇਚਦੇ ਨੇ। ਪ੍ਰੋਡਿਊਸਰ ਇਹਨਾਂ ਦਾ ਆਂਦਾ ਵੀ ਬਾਜੀ ਮਰੀਮ ਇਹਨਾਂ ਨੂੰ ਦਿਲ ਭੇਜਦੀ ਸੀ, ਉਹ ਹੁਣ ਸਾਡੀ ਤੇ ਭੈਣ ਹੈ, ਅਸੀਂ ਤੇ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਬਹਰਲ ਇਹਨਾਂ ਦਾ ਆਪਣਾ ਪ੍ਰੋਡਿਊਸਰ ਜਿਹੜਾ ਮਨਸੂਰ ਅਲੀ ਖਾਨ ਸਾਹਿਬ ਨਾਲ ਪਹਿਲਾਂ ਕੰਮ करता रहा, वो की आंदा है, ऐ सुनो। मरियम के हार्ट्स आते थे मंसूर अली खान को। मेरे नजदीक ये कोई बहुत बड़ी इंफॉर्मेशन नहीं है, सारी दुनिया जानती है। मंसूर अली खान जैसे इस मुआशरे में बेशुमार है लोग है ना, इनको सिर्फ ये लिफाफा नाम पता है और भाई बेनिफिट्स होते हैं। तो यार खुदा के बंदे, आपके पास जो लक्सस है और वो जो काली इतनी बड़ी गाड़ी आप लेके घूमते हैं, आप क्यों नहीं दिखाते? मंसूर अली खान साहब के पास जनाब, आप उनकी गाड़ियों की लिस्ट निकालेंगे, उनके पास कितनी गाड़ी है, आप क्यों डरते हैं? ਸੁਣ ਲਿਆ ਜੇ। ਅੱਛਾ, ਹੁਣ ਇਹ ਝੂਠ ਆਂਦਾ ਹੈ ਕਿ ਗਲਤ ਆਂਦਾ ਹੈ, ਇਹ ਸਾਨੂੰ ਤਾਂ ਨਹੀਂ ਪਤਾ। ਮੈਂ ਦੂਜਾ ਆਖਿਆ ਵੀ ਹਿਆ ਵੀ ਆਉਂਦਾ ਹੈ, ਇਹੋ ਜਿਹੀ ਗੱਲ ਕਰਦਾ ਵੀ ਬੰਦਾ ਮਾੜਾ ਲੱਗਦਾ। ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਲੇਕਿਨ ਜਦੋਂ ਅਸੀਂ ਇਹਨਾਂ ਦਾ ਤੌਰ ਅਤਵਾਰ ਪੂਰਾ ਵੇਖੀਦਾ ਤੇ ਚੇਤਾ ਹੈ ਨਾ ਕਿ ਭਾ ਹੋਰੀ ਆਂਦੇ ਸਨ ਲੌਂਡਾ ਲਪਾੜਾ ਜੀ ਕਿ ਕਿਸੇ ਦਾ ਪਿਓ ਨਹੀਂ ਮੇਰੇ ਪ੍ਰੋਗਰਾਮ 'ਚੋਂ ਕੋਈ ਹਿੱਸਾ ਹਟਵਾ ਸਕਦਾ, ਕਿਸੇ ਦੇ ਬਾਪ 'ਚ ਜ਼ਰੂਰਤ ਨਹੀਂ ਹੈ। ਤੇ ਇਹ ਹੁਣ ਜ਼ਰਾ ਵੇਖ ਲਓ, ਸੁਣ ਲਓ ਕਿ ਬਾਜੀ ਮਰੀਮ ਕਿਸੇ ਦੇ ਪਿਓ 'ਚ ਪਜਣ ਦੀ ਜ਼ਰੂਰਤ ਹੈ ਕਿ ਨਹੀਂ, ਸਾਡੀ ਬਾਜੀ 'ਚ ਹੈ। ਉਹਨੇ ਆਖਿਆ ਪੁੱਤਰ ਇਹ ਹਟਾ ਦੇ ਤੇ ਇਹ ਲਾ ਦੇ। ਪੁੱਤਰ ਨਹੀਂ ਉਹਨਾਂ ਆਖਿਆ, ਉਹ ਤਾਂ ਮੈਂ ਆਖਣ ਡਿਆ। ਉਹਨੇ ਆਖਿਆ ਇਹ ਹਟਾ ਦੇ ਤੇ ਇਹ ਲਾ ਦੇ ਤੇ ਇਹ ਬੰਦ ਕਰ ਦੇ ਤੇ ਇਹ ਚਲਾ ਦੇ। ਇਹ ਆਪੇ ਵੇਖ ਲਓ। ये मंसूर अली खान है। किसी के बाप के अंदर इतनी हिम्मत नहीं है कि वो मुझे आके डिक्टेट करे कि मैंने क्या सवाल करना है और क्या नहीं करना, कि मुझे कोई प्रूव करके आके दिखाए। रुको जरा, सबर करो। अब हम कर सकते हैं रिकॉर्ड, दैट्स फाइन। एक सेकंड, सवाल क्या है? तोशा खाना के हवाले से, आपका नहीं, मैं जनरली बात कर रहा हूँ। क्या? किसी के बाप के अंदर इतनी हिम्मत नहीं है कि वो मुझे आके डिक्टेट करे कि मैंने क्या सवाल करना है और क्या नहीं करना। तकरीबन 2 करोड़ रुपए की आपने वो गाड़ी बेची इन द ईयर 2011-12। आप पिक्चर, इसको वीडियो तो नहीं कर रहे? बंद कर दें जरा प्लीज। कि मुझे कोई प्रूव करके आके दिखाए। मेरे पास इसके फैक्ट्स नहीं है। नहीं, मेरे पास है ही नहीं डिटेल, मुझे पता ही नहीं है। ये एक सेकंड, जरा इसको काटे। नहीं, मुझे बताएं इसका फैक्ट क्या है। हमने सहाफत की है इस तरह डंके की चोट पे। मुझे ऑनेस्टली इसका नहीं पता, मैं फैक्ट्स एंड फिगर्स चेक जरूर करूँ। आप चेक कर लीजिएगा, चेक कर। ये प्लीज काइंडली डोंट वरी, ये मंसूर अली खान है, आपका नहीं, मैं जनरली बात कर रहा हूँ। ਵੇਖ ਲਿਆ ਜੇ। ਤੇ ਲੌਂਡਾ ਲਪਾੜਾ ਜੀ ਦੀਆਂ ਬੜਕਾਂ ਵੀ ਵੇਖ ਲਈਆਂ ਨੇ ਤੁਸੀਂ, ਖਾਣੇ ਛੋਲੇ ਤੇ ਢਕਾਰ ਬਦਾਮਾਂ ਦੇ। ਉਹੀ ਗੱਲ ਹੈ, ਉਹਨਾਂ ਦੀਆਂ ਬੜਕਾਂ ਵੀ ਤੁਸੀਂ ਵੇਖ ਲਈਆਂ ਨੇ। ਤੇ ਉਸ ਤੋਂ ਬਾਅਦ ਜਿਵੇਂ ਉਹਨਾਂ ਪੂਛਲ ਹਲਾਈ ਹੈ ਬਹਿ ਕੇ ਬਾਜੀ ਦੇ ਸਾਹਮਣੇ, ਉਹ ਫਿਰ ਸੱਚੀਆਂ ਹੀ ਲੱਗਦੀਆਂ ਨੇ ਗੱਲਾਂ। ਚਲੋ ਜੇ ਦਿਲ ਵਾਲੀਆਂ ਨਹੀਂ ਵੀ ਤੇ ਕਮ ਅਜ਼ ਕਮ ਉਹ ਲਿਫਾਫਾ ਤੇ ਮੇਰਾ ਮਤਲਬ ਜਿਹੜੀਆਂ ਦੂਜੀਆਂ ਗੱਲਾਂ ਕਰਨ ਡਏ ਨੇ ਉਹ ਸੱਚੀਆਂ ਹੀ ਲੱਗਦੀਆਂ ਨੇ। ਅੱਛਾ, ਤੁਸੀਂ ਆਖੋਗੇ ਵੀ ਅਸੀਂ ਇਹਨਾਂ ਦਾ ਜ਼ਿਕਰ ਕਿਵੇਂ ਸ਼ੁਰੂ ਕਰ ਦਿੱਤਾ? ਅਸੀਂ ਜ਼ਿਕਰ ਇਹਨਾਂ ਦਾ ਇਵੇਂ ਸ਼ੁਰੂ ਕਰ ਦਿੱਤਾ ਵੀ ਭਾਵ ਨਹੀਂ ਕਰਦੇ ਸਨ ਵੀਲਾਗ, ਭਾਵੇਂ ਫਰਿੱਜਾਂ ਤੋਂ ਹੀ ਆਏ ਸਨ।
ਹੁਣ ਸਾਨੂੰ ਤੇ ਬੜੀ ਮਜਬੂਰੀ, ਸਾਡੇ ਲੀਡਰ ਨੂੰ ਜਿਸ ਵੇਲੇ ਫੜ ਲਿਆ ਤੇ ਅਸੀਂ ਵੇਖਿਆ ਵੀ ਇੱਥੇ 2 ਨੰਬਰ ਬੇਜ਼ਮੀਰ ਲੋਕ ਜਿਹੜੇ ਨੇ ਉਹ ਕੋਈ ਵੀਲਾਗ ਕਰਨ ਡਿਆ ਤੇ ਕੋਈ ਪ੍ਰੋਗਰਾਮ ਕਰਨ ਡਿਆ ਤੇ ਝੂਠਾ ਬਿਆਨੀਆਂ ਬਣਾਉਂਦੇ ਨੇ। ਚੌਧਰੀ ਨਿਜ਼ਾਮਦੀਨ ਨੂੰ ਮਤਲਬ ਕਿ ਆਰਮੀ ਚੀਫ ਨੂੰ ਮਿਲ ਕੇ ਆ ਕੇ ਆਂਦੇ ਨੇ ਕਿ ਜਨਾਬ ਅਸੀਂ ਅਦਾਰੇ ਨੂੰ ਮਿਲ ਕੇ ਆਏ ਔਰ ਇਸੇ ਤਰੀਕੇ ਨਾਲ ਇਮਰਾਨ ਖਾਨ ਤੇ ਵੀ ਬਹੁਤਾਨ ਸਾਰਾ ਵੇਲਾ ਉਹਦਾ ਨਾਂ ਲੈ ਕੇ ਤੇ ਆਪਣਾ ਧੰਦਾ ਵੇਚਦੇ ਨੇ, ਸੌਦਾ ਵੇਚਦੇ ਨੇ ਵੀ ਅਸੀਂ ਵੇਚੀਏ ਤੇ ਚਲੋ ਫਿਰ ਵੀ ਫੱਬਦੇ ਹਾਂ ਵੀ ਸਾਡਾ ਤੇ ਲੀਡਰ ਹੈ, ਸਾਡਾ ਉਹਦੇ ਤੇ ਹੱਕ ਹੈ ਤੇ ਉਹਦਾ ਸਾਡੇ ਤੇ ਹੱਕ ਹੈ। ਪਰ ਸਾਡੇ ਵੀ ਲੋਕ ਵੇਖੋ ਤੇ ਅਸੀਂ ਜਿਸ ਵੇਲੇ ਲੋੜ ਹੈ ਉੱਥੇ ਇਮਰਾਨ ਖਾਨ ਸਾਹਿਬ ਦੀ ਤਸਵੀਰ ਆਉਂਦੀ ਜਦੋਂ ਖਬਰ ਹੈ, ਵਰਨਾ ਤੁਸੀਂ ਵੇਖੋਗੇ ਵੀ ਖਬਰ ਦੇ ਹਿਸਾਬ ਨਾਲ ਥੰਬਨੇਲ ਨੇ ਤੇ ਖਬਰ ਦੇ ਹਿਸਾਬ ਨਾਲ ਹੀ ਜਿਹੋ ਜੀ ਖਬਰ ਹੈ ਉਹੋ ਜਿਹਾ ਵੀਲੌਗ ਹੈ। ਇਹ ਤੁਸੀਂ ਇਹਨਾਂ ਦੇ ਵੀਲੌਗ ਕੱਢ ਲਓ, ਕਦੇ ਇਮਰਾਨ ਖਾਨ ਦੇ ਨਾਂ ਤੇ ਤਸਵੀਰ ਤੋਂ ਬਗੈਰ ਵੀਲੌਗ ਨਹੀਂ ਕਰ ਸਕਦੇ ਕਿਉਂਕਿ ਵੇਚਣਾ ਹੀ ਉਹਨੂੰ ਹੈ ਤੇ ਕਹਿਣਾ ਦੂਜਿਆਂ ਨੂੰ ਹੈ। ਲੇਕਿਨ ਨਾਲ ਦੂਜਾ ਕੰਮ ਕਿਹੜਾ ਵੀ ਉਹ ਵਿੱਚੋਂ ਖਾਈ ਜਾਓ, ਉੱਤੋਂ ਰੌਲਾ ਪਾਈ ਜਾਓ, ਲੋਕਾਂ ਨੂੰ ਕਮਲਿਆਂ ਬਣਾਉਣ ਵਾਸਤੇ 10 ਵੀਲਾਗਾਂ 'ਚ 15 ਵੀਲਾਗਾਂ 'ਚ ਕੋਈ ਇੱਕ ਅੱਧਾ ਵੀਲਾਗ ਨੂਨ ਲੀਗ ਦੇ ਖਿਲਾਫ ਕਰ ਦੇਣਾ, ਲੋਕਾਂ ਆਖਣਾ ਵੀ ਬੜਾ ਬੈਲੈਂਸ ਕੰਮ ਕਰ ਰਿਹਾ ਬੰਦਾ। ਇਸੇ ਚੱਕਰ 'ਚ ਲੋਕੀ ਪਏ ਸਨ। ਫਿਰ ਇਹਨਾਂ ਦੇ ਉੱਤੇ ਆ ਗਿਆ, ਸਾਡੀ ਅੱਖ ਪੈ ਗਈ ਤੇ ਅਸੀਂ ਇਹਨਾਂ ਦੀ ਫਿਰ ਢੋਲਕੀ ਵਜਾ ਛੱਡੀ। ਉਹ ਤੁਹਾਡੇ ਸਾਹਮਣੇ ਇੱਕ ਮੁਈਦ ਪੀਰਜ਼ਾਦਾ ਸਾਹਿਬ ਨੇ ਇੱਕ ਸੈਗਮੈਂਟ ਕੀਤਾ, 1 ਮਿੰਟ ਦਾ, ਪਹਿਲਾਂ ਉਹ ਸੁਣ ਲਓ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹਨਾਂ ਦਾ ਪੂਰਾ ਤਜਜ਼ੀਆ ਰੱਖਦੇ, ਕੱਚਾ ਚਿੱਟਾ ਰੱਖਦੇ ਤੇ ਤੁਹਾਨੂੰ ਆਪੇ ਸਮਝ ਆ ਜਾਏਗੀ ਵੀ ਭਾਈ ਹੁਣੀ ਤੜਫਣ ਕਿਉਂ ਡਏ ਨੇ। ਹੁਣ ਤੇ ਭਾਈ ਹੁਣਾਂ ਨੇ ਸਿੱਧਾ ਹੀ ਸਾਡੇ ਨਾਲੇ ਨੂੰ ਹੱਥ ਪਾ ਲਿਆ ਮਾਜ਼ਰਤ ਦੇ ਨਾਲ। ਹੁਣ ਤੇ ਉਹ ਬਿਲੋ ਦਾ ਬੈਲਟ ਜਿਹੜੇ ਨਾ ਉਹ ਹਮਲੇ ਕਰਨਾ ਸ਼ੁਰੂ ਹੋ ਗਏ ਨੇ। ਹੁਣ ਕਿਤੇ ਇਲਜ਼ਾਮ ਲਾਇਆ ਕੋਈ ਐਵੇਂ ਕਿਸੇ ਰੰਗਬਾਜ਼ ਜਿਹੇ ਬੰਦੇ ਦਾ ਇੰਟਰਵਿਊ ਵਿਖਾਇਆ ਕਿਸੇ ਵਿਚਾਰੇ ਟਿਕਟੋਕਰ ਦਾ ਕਿ ਜੀ ਸ਼ਹਬਾਜ਼ ਗਿੱਲ ਜਿਹੜਾ ਉਹ ਇਮਰਾਨ ਖਾਨ ਨੂੰ ਲੜਕੀਆਂ ਸਪਲਾਈ ਕਰਦਾ ਸੀ। ਲੈ ਦੱਸੋ ਬਈ, ਇਹ ਗੱਲ ਜਾਂ ਤੇ ਹੁਣ ਸ਼ਹਬਾਜ਼ ਗਿੱਲ ਨੂੰ ਪਤਾ ਹੋਣੀ ਹੈ ਸੱਚੀ ਜਿਹੜੀ ਗੱਲ ਹੈ ਅਗਰ ਇਸ ਤਰ੍ਹਾਂ ਹੈ, ਤੇ ਜਾਂ ਇਮਰਾਨ ਖਾਨ ਨੂੰ ਪਤਾ ਹੋਣੀ ਹੈ ਅਗਰ ਅੱਲਾ ਮਾਫ ਕਰੇ ਗੱਲ ਸੱਚ ਹੋਵੇ ਤੇ ਜਾਂ ਫਿਰ ਜਿਹੜਾਂ ਦੀਆਂ ਕੁੜੀਆਂ ਹੋਣਗੀਆਂ ਜਾਂ ਜਿੱਥੋਂ ਕੁੜੀਆਂ ਲੈ ਕੇ ਸ਼ਹਬਾਜ਼ ਗਿੱਲ ਸਪਲਾਈ ਕਰਦਾ ਹੋਏਗਾ ਉਹਨਾਂ ਨੂੰ ਪਤਾ ਹੋਣੀ ਹੈ। ਤੇ ਇਹ ਤੇ ਹੁਣ ਲੌਂਡਾ ਲਪਾੜਾ ਜੀ ਦੱਸਣ ਤੇ ਉਹ ਟਿਕਟੋਕਰ ਦੱਸਣ ਵੀ ਤੁਹਾਨੂੰ ਕਿਵੇਂ ਪਤਾ ਹੈ ਇਹ ਮਾਲ ਤੁਹਾਡਾ ਸੀ ਜਿਹੜਾ ਸਪਲਾਈ ਹੁੰਦਾ ਰਿਹਾ ਮਾਜ਼ਰਤ ਦੇ ਨਾਲ। ਲੇਕਿਨ ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਜ਼ਰਾ ਪਹਿਲਾਂ ਤੇ ਮੁਈਦ ਪੀਰਜ਼ਾਦਾ ਸਾਹਿਬ ਨੇ ਇਹਨਾਂ ਦੇ ਨਾਲ ਕੀ ਕੀਤਾ ਇਹ ਜ਼ਰਾ ਸੁਣ ਲਓ। से चंद घंटे पहले मैंने ट्विटर के ऊपर एक बहुत इंटरेस्टिंग किस्म का क्लिप देखा जिसमें कोई साहब खासे स्मार्ट से फैसल राव या राव फैसल, जिनके बारे में बताया जा रहा है कि वो मंसूर अली खान जो पाकिस्तान के प्रोमिनेंट टेलीविजन एंकर पर्सन और व्लॉगर हैं उनके गालिबन प्रोड्यूसर रहे हैं। और ये साहब फैसल साहब जो है ये बता रहे हैं कि चीफ मिनिस्टर पंजाब मरियम नवाज साहिबा जो है वो मंसूर अली खान को हार्ट से भेजती हैं। अब जाहिर है कि मंसूर अली खान ने अपना फोन या व्हाट्सएप खोल के दिखाया होगा शो मारने के लिए इन साहब को किसी स्टेज के ऊपर, तभी उन्हें पता था और इस निस्बत से उन्होंने उनके ट्रस्ट की वायोलेशन की है। शायद उनको ये बात इस तरह से डिस्क्लोज नहीं करनी चाहिए थी, लेकिन चूंकि फैसल राव ने या राव फैसल ने अब इसे डिस्क्लोज कर दिया है तो हमें बड़ी अच्छी तरह से समझ आ रहा है कि मंसूर अली खान कैसे लोगों को बेवकूफ बना रहे हैं गुज़िश्ता कई महीनों से, और उनकी असल में सारी की सारी जो उनकी पॉलिटिकल कमेंट्री है उसकी हकीकत क्या है, उसके पीछे किस किस्म के मफादात और किस किस्म के बार्गेन्स जो हैं वो एग्जिस्ट करते हैं। मैं सिर्फ एक आपको बात बताऊंगा कि पीछे जाइए, मंसूर अली खान ने 26 और 27 नवंबर को जब इस्लामाबाद में कत्लेआम हुआ और उसकी डिटेल्स आ रही थी तो मंसूर अली खान ने उस कत्लेआम के ऊपर किस किस्म के वीलॉग्स किए, क्या उनकी टोन टैनर मैनर था। एक जुमला मेरे जहन में फंसा हुआ है जब वो कहते हैं कि पाकिस्तान तहरीक इंसाफ वाले इसके ऊपर बहुत शोर मचा रहे हैं, लेकिन ऐसी चीजें तो होती रहती हैं, दीज थिंग्स डू हैपन। यानी इस्लामाबाद कत्लेआम के बारे में उनका ये ख्याल है। तो अब आए इस चीज के ऊपर कि सैटरडे के दिन जब इमरान खान रिपोर्टर्स के साथ मिले हरियाणा जेल के, ਸੁਣ ਲਿਆ ਜੀ। ਹੁਣ ਤੁਹਾਡੇ ਸਾਹਮਣੇ ਅਸੀਂ ਰੱਖਨੇ ਆ ਇੱਕ ਪੂਰੇ ਦਾ ਪੂਰਾ ਤਜਜ਼ੀਆ ਤੁਹਾਡੇ ਸਾਹਮਣੇ ਰੱਖਨੇ ਆ ਕਿਉਂਕਿ ਇਹਨਾਂ ਨੇ ਖੁਦ ਇਹ ਕੰਮ ਸ਼ੁਰੂ ਕੀਤਾ। ਅਸੀਂ ਤੇ ਨਹੀਂ ਸੀ ਕਰਨਾ ਚਾਹੁੰਦੇ, ਕਦੀ ਅਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਨਹੀਂ, ਲੇਕਿਨ ਇਹਨਾਂ ਨੇ ਕਿਉਂਕਿ ਖੁਦ ਇਹ ਸਾਰੇ ਦਾ ਸਾਰਾ ਮਾਮਲਾ ਸ਼ੁਰੂ ਕੀਤਾ ਤੇ ਅਸੀਂ ਕਿਹਾ ਚਲੋ ਹੁਣ ਜਵਾਬ ਦੇ ਛੜੀਏ, ਤੋੜੀਏ, ਪੜਾ ਛੜੀਏ। ਤੁਹਾਨੂੰ ਪਤਾ ਹੈ ਕਿ ਫ੍ਰਿਜ ਅਗਰ ਉਹਦੇ ਕੰਪਰੈਸਰ 'ਚੋਂ ਗੈਸ ਲੀਕ ਹੋ ਜਾਏ ਤੇ ਫਿਰ ਉਹ ਠੰਡਿਆ ਨਹੀਂ ਕਰਦੀ, ਤੇ ਅਸੀਂ ਆਖਿਆ ਵੀ ਚਲੋ ਕੰਪਰੈਸਰ 'ਚ ਗੈਸ ਪੂਰੀ ਭਰ ਦਿੰਦੇ ਹਾਂ ਤਾਂ ਕਿ ਕਮ ਸੇ ਕਮ ਠੰਡ ਤੇ ਪਵੇ ਭਰਾ ਸਾਡੇ ਨੂੰ। ਅੱਛਾ ਜੀ, ਇਹ ਇਨਕੇਡੂ ਸਾਹਿਬ ਨੇ, ਇਨਕੇਡੂ ਰੀਬੋਰਨ, ਬੜਾ ਹੀ ਸੁਥਰਾ ਲਿਖਦਾ ਮੁੰਡਾ ਹੈ ਬਈ, ਬੰਬੇ ਬੁਲਾ ਦਿੰਦਾ ਜਿਸ ਵੇਲੇ ਲਿਖਦਾ। ਇਹਨੇ ਇੱਕ ਪੋਸਟ ਲਿਖੀ ਹੈ, ਇਹ ਤੁਹਾਡੇ ਸਾਹਮਣੇ ਪੜ੍ਹਨੀ ਪੈਣੀ ਮੈਨੂੰ, ਹੈ ਥੋੜੀ ਜਿਹੀ ਲੰਮੀ ਪਰ ਸਵਾਦ ਆਏਗਾ ਤੁਹਾਨੂੰ ਇੱਕ ਇੱਕ ਲਫ਼ਜ਼ ਦਾ। ਉਹਨਾਂ ਆਖਿਆ ਜੀ ਕਿ ਮੁਈਦ पीरज़ादा साहब ने, उन्होंने कहा जी कि अमरोज़ के वीलॉग में मंसूर अली खान की हल्की फुल्की ढोलकी बजाई है, इस पर डॉक्टर साहब से इख्तलाफ है, उन पर एतराज़ भी है क्योंकि एक और डॉक्टर यानी डॉक्टर शहबाज गिल ने इसका वाजा पहले ही काफ़ी बजा चुके हैं, बल्कि इसके वाजे का पक्का ही फाड़ चुके हैं। ये थोड़ी जी पंजाबी होनी, उर्दू होनी, लेकिन ये उर्दू पंजाबी जी इकट्ठी बोलनी पैनी जे, ये हुण अलग अलग करके मैं नहीं पता, उर्दू ही चलनी है। फिर समझते हो ना, विच जरा थोड़ा जिहा पंजाबी च थोड़ा जिहा उर्दू, मतलब कि उर्दू च पंजाबी का टच आएगा पर चलनी उर्दू ही है। एतराज़ बाद में, तफसील पहले। वो कहते हैं, वो आंदे ने खान साबी जुबान में वाजा उस पित्तल दे वड्डे आले नूं आखदे ने
ਜਿਹੜਾ ਪੱਪ ਪੱਪਾਂ ਪੱਪ ਪੱਪ ਕੀ ਆਵਾਜ਼ ਨਿਕਾਲਦਾ ਹੈ, ਆਵਾਜ਼ ਕੱਢਦਾ, ਉਹਦਾ ਵੱਡਾ ਵਾਜਾ ਹੁੰਦਾ ਹੈ। ਉਹ ਤੁਹਾਨੂੰ ਪਤਾ ਹੈ ਨਾ, ਉਹ ਜਿਹੜਾ ਵੱਡਾ ਵਾਜਾ ਪਾਂ ਪਾਂ ਜਿਹੜਾ ਕਰਦਾ ਹੈ, ਉਹਦੀ ਗੱਲ ਹੋਣ ਡਈ। ਉਹ ਆਂਦੇ ਨੇ ਕਿ ਬਲਕਿ ਵਾਜਾ ਉਹ ਆਂਦੇ ਨੇ ਵੀ ਵਾਜਾ ਉਹ ਵੀ ਹੁੰਦਾ ਹੈ, ਲੇਕਿਨ ਅਸਲ ਜਿਹੜਾ ਵਾਜਾ ਹੈ ਨਾ, ਉਹ ਹਾਰਮੋਨੀਅਮ ਨੂੰ ਆਖਦੇ ਨੇ। ਉਹ ਜਿੱਥੇ ਅਤਾਉਲਾ ਈਸਾ ਖੇਲਵੀ ਸਾਹਿਬ ਵਜਾਉਂਦੇ ਸਨ, ਤੇ ਨਾਲ ਮੇਰਾ ਮਤਲਬ ਕਵਾਲ ਵੀ ਬੜੇ ਸਾਰੇ ਵਜਾਉਂਦੇ ਨੇ, ਜਿਹਨੂੰ ਹਾਰਮੋਨੀਅਮ ਆਖਦੇ। ਉਹਨਾਂ ਕਿਹਾ ਅਸਲ ਵਾਜਾ ਹਾਰਮੋਨੀਅਮ ਨੂੰ ਕਹਿੰਦੇ ਨੇ। ਇਸ ਵਾਜੇ ਦੀ ਇਸ ਵਾਜੇ में एक साइड वो होती है जहाँ वो बटन होंगे ने जिन्होंने दब के तो आवाज़ा निकलदियाँ ने, ज़ाहिर है साज वजदा है, मौसीकी की आवाज़ निकलती है। लेकिन ये वाजा कोई इलेक्ट्रॉनिक नहीं, एक मैनुअल मशीन है। इस वाजे के पीछे एक पंखा होता है जिसमें हवा भरी होती है। तो जब वाजे को बजाने वाला इसे दबाता है, वो आगे पीछे करता है ना उन्होंने इंज हाथ दे नाल, तो उसे दबाता है तो वो हवा वाजे के अंदर प्रेशर भरती है, और फिर यूं बटन दबाने से इस वाजे में से आवाज़ निकलती है। मतलब काम वही है जिवें बांसुरी वजाउंदे हो तो मोरियां ते उंगलां रखदे हो, जिस वेले सारियां मोरियां ते उंगलां रखदे हो तो फिर आवाज़ नहीं निकलती। मसलन अगर मंसूर अली खान साहब दियां भी सारियां मोरियां ते आवाज़ कोई बंदा उंगल रख देगा, मतलब साज अगर उन्होंने वाजा समझ लो मंसूर अली खान साहब, एक तो दंद बड़े कटदे जे तुसीं, तुहाडी मैनूं ये गल नहीं समझ आउंदी। मेरे कहण दा मतलब है कि अगर एक मिनट वास्ते मंसूर अली खान साहब नूं बांसुरी समझ लो, वाजा समझ लो, तो बांसुरी दे जिन्ने भी सुराख हुंदे ने, मोरियां हुंदियां ने, उन्होंने तो उंगलां रखी दियां ने। वो उंगल थोड़ी थोड़ी चुकी दी है, तो फिर वो मोरी चों हवा निकलदी है तो साज वजदा है। जे सारियां ही तुसीं उंगलां जिहड़ियां पूरदे हो, मेरा मतलब सारा मोरियां पूरदे हो, मोरियां जिहड़ियां उन्हां नूं डक धो उंगलां दे नाल, ते फिर हवा नहीं निकलदी। इसलिए मंसूर साहब दी भी जिस वेले बाजी मरियम या नून लीग वाले पूरियां ही जिहड़ियां वो सारियां बांसुरी दियां जिन्नियां भी मोरियां ने उन्हां नूं बंद कर दिंदे ने, हवा नहीं निकलदी, तो फिर खबर नहीं निकलदी, फिर वो आंदे ने कट दिओ, यह भी कट दे, यह भी कट दिओ कर दिंदे ने। इस तरह हारमोनीयम भी वो इंज ही वजदा है, ਉਹਦੇ ਵਿੱਚ ਵੀ ਉਹ ਥੋੜੀ ਜੀ ਹਵਾ ਕਿਤੇ ਛੱਡੀ ਦੀ ਹੈ, ਥੋੜੀ ਜੀ ਡੱਕੀ ਦੀ ਹੈ, ਤੇ ਉਹ ਸਾਜ਼ ਵੱਜਦਾ ਹੈ। ਉਹਨਾਂ ਆਖਿਆ ਜੀ ਕਿ ਫਿਰ ਬਟਨ ਦਬਾਉਣ ਨਾਲ ਵਾਜੇ 'ਚੋਂ ਹਵਾ ਨਿਕਲਦੀ है तो ਉਹਦੇ ਨਾਲ साज ਵੱਜਦਾ है। अगर तो ये आवाज़ किसी सुर ताल में हो, किसी धुन पर हो, तो क्या कहने, फिर बड़ा सोहना लगता हारमोनियम। अगर किसी अनजान के हाथ चढ़े तो फिर बहुत ही भद्दा जिहड़ा है ना वो साज बजता है। डॉक्टर शहबाज गिल ने मंसूर अली खान के वाजे का पक्खा अरसा पहले पाड़ दिया था। इस पक्खे में कुछ हवा तो मरियम नवाज ने भर रखी थी, बाकी हवा जर्नैली मुलाकातों और व्हाट्सएप ने भर दी। मंसूर अली खान का बाजा यूट्यूब पर बजता, मौसीकी के रमूज से नाशना सामीन झूमते जामते रहते। लेकिन जब कारीगर डॉक्टर शहबाज गिल की नज़र पड़ी कि इसके पास ना राग है, ना सुर है, ना ताल है, ना भैरवी जाने है, ना ठुमरी, और इसके पक्खे में सारी हवा मरियम और फौज ने भर रखी है, तो इस डॉक्टर साहब ने 2 हफ्ते लगाकर इसका पक्का पाड़ दिया। अच्छा जी, सामीन को समझाया कि इसकी मौसीकी कहाँ से बजती है। नतीजा ये निकला कि व्यूअरशिप में दूसरे नंबर पर बराजमान वाजा माजरत यूट्यूबर काफ़ी नीचे आ गया। इस पर इस वाजे माजरत मंसूर ने बाकायदा गुस्सा करना शुरू कर दिया। सुर ताल पहले ही ना था, मौसीकी भद्दी होती थी, सामीन बेजार हो गए। अब तो मंसूर अली खान ने डॉक्टर शहबाज गिल से बाकायदा हसद शुरू कर दिया, क्योंकि डॉक्टर साहब अवामी राग में गाते हैं ना कि अस्करी राग में, तो इनकी व्यूअरशिप काफ़ी बढ़ गई है। ज़ाती राय में तो मंसूर अली खान को अब ज़ेर बहस लाना ही फजूल है। लेकिन एतराज़ डॉक्टर मोईद पर है, जो कि एक नहायत मंझे हुए और दानश्वर आदमी हैं। आइडियाज़ पर, नज़रियात पर, अफकार पर बात करते हैं। इन्हें भला क्या ज़रूरत उसकी ढोलकी बजाने की जिसका पक्खा पहले ही पाट चुका है। जितना ज़रूरी नुकसान था वो पहले ही डॉक्टर शहबाज गिल कर चुके। अब मंसूर अली खान आपसे भी हसद पर उतर आएगा, नहायत बेसुरे राग गा गा कर आपको भी बदमज़ा करेगा। शायद कहीं आप उसे जवाब देने पर ना उतर आएँ। फिर हम जो आपके वीलॉग से लज्जत कशीद करते हैं इसमें कमी वाक़या होगी। डॉक्टर साहब अब आप इसकी ढोलकी मत बजाएं। अगर कभी ज़्यादा ज़रूरी हुआ तो बताइएगा, हम इसका तबला ही फाड़ डालेंगे। ये जनाब इनकेडो साहब ने ये तजिया लिखा है, थोड़े सामने रखना ज़रूरी सी। अच्छा, ये क्यों था? ये एक मैं भी हुण उर्दू ही बोलना शुरू हो गया, थोड़े नाल वेख लो। ये क्यों सी जी? ये थोड़े सामने असी रखना नहीं सी। ਇਹ ਨਾ ਇੱਕ ਕੋਈ ਟਿਕਟੋਕਰ, ਕੋਈ ਮੈਨੂੰ ਤਾਂ ਨਹੀਂ ਪਤਾ ਕੌਣ ਹੈ ਮੁੰਡਾ, ਉਹ ਚੈਨਾ ਚੂਨਾ ਪਾਈ ਫਿਰਦਾ ਹੈ ਮੁੰਡਾ, ਵਿਚਾਰਾ ਪੜਿਆ ਪੁੜਿਆ ਕੋਈ ਨਹੀਂ ਹੈ, ਘਰ ਵਾਲਿਆਂ ਮੇਰਾ ਖਿਆਲ ਕਿਤੇ ਇੰਝ ਹੀ ਬੌਂਤਰਿਆ ਫਿਰਦਾ ਰਿਹਾ।
ਪਤਾ ਨਹੀਂ ਤੇ ਪੈਸੇ ਆਏ ਨੇ, ਪਤਾ ਨਹੀਂ ਕਿੱਥੋਂ ਲਏ ਨੇ, ਕੀ ਕਰਦਾ ਹੈ, ਕਿਹੜਾ ਮਾਲ ਵੇਚਦਾ ਹੈ, ਕਿਹੜੀ ਚੀਜ਼ ਗਾਂਹ ਪਿਛਾਂ ਕਰਦਾ ਹੈ, ਮੈਨੂੰ ਨਹੀਂ ਪਤਾ। ਬਹਰਹਾਲ ਉਹਨੇ ਇੱਕ ਇਲਜ਼ਾਮ ਲਾ ਛੜਿਆ, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ, ਤੇ ਉਹ ਭਾਈ ਉਹਨਾਂ ਨੇ ਆਪਣੇ ਵੀਲੌਗ 'ਚ ਕਵਰ ਕਰ ਛੜਿਆ। ਉਸ ਤੋਂ ਬਾਅਦ ਫਿਰ ਇਹ ਸਾਰਾ ਰੌਲਾ ਬਣਿਆ ਜੇ। ਉਹਦਾ ਜਵਾਬ ਇੱਕ ਬੜਾ ਹੀ ਸੁਨੱਖਾ ਮੁੰਡਾ ਹੈ ਅਲਾਦੀਨ, ਉਹਨੇ ਦਿੱਤਾ ਹੈ, ਤੇ ਮੈਂ ਉਹਦਾ ਜਵਾਬ ਕੀ ਦੇਣਾ? ਇਹ ਜ਼ਰਾ ਜਵਾਬ ਜਿਹੜਾ अलादीन ने दिता है वो पहला सुन लो। इस नौसरबाज की जरा बात सुनिएगा, इसकी वीडियो देखिएगा, उसके बाद इसके ऊपर बात करते हैं। मैं बोलता मैं बोलूंगा, आप लोग चलाएंगे इसको। चले इस बात के लिए इमरान खान को लड़कियां सप्लाई करता था, अब आपने ही चलाना है। हमारे माशरे में गलीज लोगों की कमी नहीं है। इस तरह के मजीद गलीज गंदे आंडे हमारी सोसाइटी में, हमारे माशरे में पाए जाते हैं, जो सोशल मीडिया के ऊपर आके चेने डाल के हीरो बन रहे होते हैं। ये वही बंदा है जिसकी हरीम शाह के साथ नजेबा वीडियो लीक हुई। ये वही बंदा है, सिर्फ हरीम शाह नहीं, इसके अलावा कुछ और लड़कियां थी जिनके साथ ये गंदी हरकतें करते हुए इसकी वीडियोस लीक हुई थी। अब इसका कैरेक्टर क्या है, इसकी पर्सनैलिटी क्या है, इसका किरदार क्या है, वो वीडियो देख के आपको समझ आना चाहिए कि ये किस कैटेगरी का बंदा है, इसकी मेंटेलिटी क्या है। इस बंदे के ऊपर पाकिस्तान में नौसरबाजी के, फ्रॉड के कई केसेस दर्ज है। जिसको नहीं पता वो रिसर्च कर सकता है इस बंदे के ऊपर, इस बंदे की हिस्ट्री चेक कर सकता है कि ये बंदा कितने पानी में है और ये बंदा किस कैटेगरी का है। अब मामला यह है कि शहबाज गिल पाकिस्तान में होने वाली जो 2 नंबरी है, फ्रॉड है, नौसरबाजियां हैं, लड़कियां सप्लाई होती हैं, इन सारी चीजों के ऊपर बात कर रहे थे, जिसमें शहबाज गिल बता रहा था कि पाकिस्तान के बड़े लेवल के जो मिनिस्टर्स होते हैं, जो वुज़रा होते हैं, वो इन कामों में मुलव्वस होते हैं। और शहबाज गिल ने इस बंदे की तरफ भी इशारा किया था कि ये बंदा जो है, ये बंदा उनके ग्रुप का हिस्सा है। ये बंदा, वो जितनी भी नौसरबाजियां होती हैं, 2 नंबरी होती हैं मिनिस्टर्स लेवल के ऊपर, ये बंदा उनके ग्रुप का हिस्सा है। इसी वजह से ये बंदा जब भी पकड़ा जाता है, इसके ऊपर केसेस बनते हैं, तो इस बंदे को छुड़ा लिया जाता है, क्योंकि ये बंदा फ्रंट पे होता है। इसकी बैक के ऊपर वो सारी मिनिस्ट्रियां खड़ी होती हैं, चाहे वो उनका ताल्लुक किसी भी पॉलिटिकल पार्टी से हो, हर पॉलिटिकल पार्टी में इस तरह के लोग पाए जाते हैं। अब इस बंदे ने अपनी जान छुड़ाने के लिए, अपने ऊपर से कीचड़ उतारने के लिए शहबाज गिल को जवाब दिया, और शहबाज गिल को जवाब देते देते ये इसने इमरान खान के ऊपर अटैक कर दिया। मतलब ये जो 2 कानों के दरमियान खुदा ने दिमाग दिया हुआ है, इसका कोई इस्तेमाल नहीं करते ये गलीज लोग। कोई अकल, कोई दलील, कोई सबूत, कोई लॉजिक, कुछ नहीं है, बस मुंह उठाया है और गंद फेंक दी है। ओ भाई, तुम्हारी अपनी गंदी वीडियोस लीक हो चुकी हुई हैं, तुम्हारी बात के ऊपर कौन यकीन करे? जिसके बारे में कहते थे कि नशा करता है, फहीम पीता है, पाउडर पीता है, पता नहीं क्या क्या करता है, 4 दिन जेल में नहीं गुजार सकता क्योंकि नशा नहीं मिलना उसे वहां पे। पिछले 1.5 साल से तुम्हारा बाप जेल में पड़ा हुआ है, मरा तो नहीं है और ना ही हॉस्पिटल में गया है, सही अभी भी तंदुरुस्त है। और तुम्हारी इस तरह की हरकतें करने से, इस तरह के बयान देने से, इस तरह के इल्जाम लगाने से कुछ नहीं होने वाला। पिछले 20-25 साल से तुम खान के खिलाफ इस तरह की नेगेटिव कैंपेनें चला रहे हो, क्या उखाड़ ली है? केसेस में भी तुम उसका कुछ नहीं उखाड़ सके, उसके खिलाफ नेगेटिव कैंपेन चला के उसके ऊपर कीचड़ और गंद उछालने से भी आप उसका कुछ नहीं बिगाड़ सकते, क्योंकि जिसको अल्लाह इज्जत देता है उसे आप जैसे गलीज लोग गिरा नहीं सकते। सुन लिया जी। मेरा ख्याल है कि मंसूर अली खान साहब ਤੁਹਾਡੀ ਮੁਕੰਮਲ ਜਿਹੜੀ ਹੈ ਨਾ ਤਸੱਲੀ ਹੋ ਗਈ ਹੋਏਗੀ, ਤੁਹਾਡਾ ਵਾਜਾ ਵੀ ਮੇਰਾ ਖਿਆਲ ਠੀਕ ਹੋ ਗਿਆ ਹੋਏਗਾ, ਤੇ ਤੁਹਾਡੀ ਤਾਂ ਜੇ ਨਾ ਹੋਈ ਤੇ ਦੱਸਣਾ, ਮਜ਼ੀਦ ਤਸੱਲੀ ਕਰਾਂਗੇ। ਸਾਡਾ ਦੇਖੋ ਮਨਸੂਰ ਅਲੀ ਖਾਨ ਸਾਹਿਬ, ਤੁਹਾਡਾ ਜਾਇਜ਼ ਹੈ ਗੱਲ, ਤੁਹਾਡੀ ਇਹ ਕਹਿਣਾ ਵੀ ਅਸਾਂ ਵੀਲੌਗ ਕਿਉਂ ਸ਼ੁਰੂ ਕਰ ਦਿੱਤਾ। ਅਸੀਂ ਤੇ ਜਨਾਬ ਉੱਥੇ ਇਮਰਾਨ ਖਾਨ ਦੇ ਚੀਫ ਆਫ ਸਟਾਫ ਸਾਂ, ਤੇ ਉਸ ਤੋਂ ਪਹਿਲੇ ਅਮਰੀਕਾ ਦੀ ਇੱਕ ਬੜੀ ਤਗੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਾਂ। ਉਸ ਵੇਲੇ ਜਿੰਨੇ ਪੈਸੇ ਕਮਾਉਂਦੇ ਸਾਂ ਅੱਜ ਨਹੀਂ ਕਮਾ ਹੁੰਦੇ ਉਹਨੇ, ਸੱਚੀ ਗੱਲ ਹੈ। ਲੇਕਿਨ ਅੱਜ ਖੁਸ਼ੀ ਕਿਸ ਗੱਲ ਦੀ ਹੈ ਵੀ ਅੱਜ ਤੁਹਾਡਾ ਵਾਜਾ ਜਿਹੜਾ ਉਹਦੀ ਮੁਨਾਸਬ ਟਿਊਨਿੰਗ ਕਰੀ ਦੀ ਹੈ। ਅੱਜ ਅਸੀਂ ਜਿੰਨੀਆਂ ਵੀ ਤੁਹਾਡੀ ਬਾਂਸੁਰੀ ਦੇ ਵਿੱਚ ਮੋਰੀਆਂ ਨੇ, ਉਹਨਾਂ ਸਾਰੀਆਂ ਮੋਰੀਆਂ ਦੇ ਉੱਤੋਂ ਉਂਗਲ ਰੱਖ ਕੇ ਚੈੱਕ ਕਰੀਦਾ ਵੀ ਕਿੱਥੋਂ ਕਿਹੜੀ ਹਵਾ ਨਿਕਲ ਰਹੀ ਤੇ ਕਿੰਨਾ ਸਾਜ਼ ਨਿਕਲ ਰਿਹਾ, ਤੇ ਐਨ ਉਹਦੀ ਟਿਊਨਿੰਗ, ਉਹਦੀ ਮੁਰੰਮਤ ਜਿਹੜੀ ਹੈ ਨਾ, ਸਾਰੀ ਉਹਦੀ ਤਾਲ ਪਰਤ ਸਾਰੀ ਕਰਕੇ ਦੇਈਦੀ ਹੈ। ਵਰਨਾ ਅਗਰ ਪੈਸੇ ਕਮਾਉਣੇ ਹੁੰਦੇ ਤੇ ਫਿਰ ਉਹ ਕੰਮ, ਉਹ ਇਹਦੇ ਨਾਲੋਂ ਕਿਤੇ ਜ਼ਿਆਦਾ ਉਹਦੇ ਵਿੱਚ ਮਾਲੀ ਫਾਇਦਾ ਵੀ ਹੈ, ਸਕੂਨ ਵੀ ਜ਼ਿਆਦਾ ਹੈ। ਲੇਕਿਨ ਫਿਰ ਅਗਰ ਤੁਹਾਡੇ ਮਰੂਨੇ ਮਿੰਨਤ ਕੌਮ ਨੂੰ ਛੱਡ ਦਈਏ ਤੇ ਤੁਸੀਂ ਇਹ 2 ਨੰਬਰ ਮੰਜਣ ਜਿਹੜਾ ਸਾਣੇ ਦਾ ਤੇਲ ਵੇਚਦੇ ਜੇ, ਇਹ ਤੁਸੀਂ ਇੰਝ ਹੀ ਵੇਚੋ ਤੇ ਲੋਕਾਂ ਨੂੰ ਬੇਵਕੂਫ ਬਣਾਈ ਰੱਖੋ। ਇਸ ਵਾਸਤੇ ਸਾਨੂੰ ਇਹ ਕੰਮ ਮਜਬੂਰਨ ਕਰਨਾ ਪੈ ਰਿਹਾ ਹੈ। तमाम तर अपना ਸਕੂਨ, अपना पैसा, सारियां चीज़ां बर्बाद करके ये सारा वक्त जिहड़ा वो तुहाडे वर्गियां ते देना पै रहा। ना दिंदे ते तुसां इमरान खान दा नाम ही वेचना है ते नुकसान भी करना है। ते नुकसान तुसीं अपने नालों तो बहुत ज़्यादा करदे हो, पर उन्ना की करदे हो जिवें मैं तुहानूं नहीं कह रहा, माजरत मैं कदी किसी इंसान नहीं कहता, लेकिन पंजाबी दे मुहावरे ने ਉਹ ਸਿਆਣੀਆਂ ਮਾਈਆਂ ਆਂਦੀਆਂ ਸਨ ਵੀ ਕੁੱਤਾ ਕਪਾਹ ਚੋਂ ਲੰਘ ਜਾਊ ਤੇ ਕਿਹੜਾ ਰਜ਼ਾਈ ਦਾ ਰੂਹ ਨਾਲ ਲੈ ਜਾਊ। ਇਹ ਹੁਣ ਲੋਕਾਂ ਨੇ ਆਪ ਹੀ ਸਮਝਣਾ। ਤੇ ਜਿਹੜੇ ਸਾਡੇ ਮੈਂ ਕਿਸੇ ਨੂੰ ਦੁਬਾਰਾ ਆਖਣ ਡਿਆ ਵੀ ਕਿਸੇ ਨੂੰ ਕੁੱਤਾ ਨਹੀਂ ਆਂਦਾ, ਇਨਸਾਨਾਂ ਨਹੀਂ ਆਖਣਾ ਚਾਹੀਦਾ, ਇੱਕ ਮੁਹਾਵਰਾ ਹੈ। ਤਾਂ ਮੈਂ ਸਿਰਫ ਇੰਨੀ ਗੱਲ ਹੀ ਆਖਾਂਗਾ ਵੀ ਭਾਈ ਜੀ ਤੁਸੀਂ ਜਿੰਨਾ ਵੀ ਜ਼ੋਰ ਮਾਰ ਲੈਣਾ, ਤੁਸੀਂ ਕਿਹੜਾ ਰਜ਼ਾਈ ਦਾ
ਕਪਾਹ 'ਚੋਂ ਰੂਹ ਲੈ ਜਾਣਾ, ਤੁਸੀਂ ਬਸ ਵਿੱਚੋਂ ਲੰਘ ਜਾਣਾ। ਤੇ ਅਸੀਂ ਹੁਣ ਇੱਥੇ ਤੁਹਾਡੀ ਮੁਨਾਸਬ ਜਿਹੜੀ ਹੈ ਉਹ ਜਨਾਬ ਇੱਥੇ ਤੁਹਾਡੀ ਠੁਕਾਈ ਵੀ ਕਰਾਂਗੇ, ਮੰਜੀ ਪੀੜੀ ਵੀ ਠੋਕਾਂਗੇ। ਇਹ ਅਸੀਂ ਬਿਲਕੁਲ ਤਸੱਲੀ ਬਖਸ਼ ਇੱਥੇ ਕੰਮ ਕਰਾਂਗੇ, ਫਰਿੱਜਾਂ ਦਾ ਵੀ, ਕੰਪਰੈਸਰਾਂ ਦਾ ਵੀ, ਤੁਹਾਡਾ ਵੀ। ਤੇ ਜਦੋਂ ਚੂੰ ਚਾਂ ਆਈ ਮੰਜੀ ਪੀੜੀ ਵੀ ਠੋਕਾਂਗੇ। ਇਸੇ ਲਈ ਅਸੀਂ ਵੀਲਾਗ ਕਰਨ ਡਏ ਤੇ ਇਸੇ ਲਈ ਹੁਣ ਕਰਾਂਗੇ ਤਾਂ ਕਿ ਆਵਾਮ ਨੂੰ ਤੁਹਾਡੇ ਤੋਂ ਮਹਿਫੂਜ਼ ਰੱਖੀਏ। ਬਾਕੀ ਤੁਹਾਡੀ ਅਗਰ ਵਿਊਅਰਸ਼ਿਪ ਡਿੱਗੀ ਹੈ ਤੇ ਭਾਈ ਮੇਰੇ ਕੋਈ ਐਸਾ ਰੌਲਾ ਨਹੀਂ, ਇਹ ਕੰਮ ਹੁੰਦੇ ਰਹਿੰਦੇ ਨੇ। ਸੱਚ ਬੋਲਣਾ ਸ਼ੁਰੂ ਕਰੋ ਫਿਰ ਚੜ੍ਹ ਜਾਏਗੀ। ਤੇ ਐਡਾ ਗੁੱਸਾ ਮੇਰੇ ਤੇ ਨਾ ਕਰੋ ਵੀ ਸਿੱਧਾ ਤੁਸੀਂ ਜਿਹੜਾ ਬਿਲੋ ਦਾ ਬੈਲਟ ਹੀ ਪੈ ਜਾਓ। ਮੇਰਾ ਮਤਲਬ ਕੋਈ ਥੋੜ੍ਹਾ ਜਿਹਾ ਖਿਆਲ ਕਰੋ ਤੇ ਰੱਬ ਰੱਖ।